ਫਿਰ ਉਸ ਮਨ ਦੇ ਅੰਦਰ ਟਿਕੇਗਾ। ਇਸ ਹੁਕਮਨਾਮੇ ਨਾਲ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਾਨੂੰ ਇੱਕ ਦਾ ਨਾਮ ਜਪਣਾ ਚਾਹੀਦਾ ਹੈ, ਹੋਰ ਸਭ ਕੁਝ ਸਾਡੇ ਨਿਰਾਫਲ ਕੰਮ ਹਨ, ਜਿਹੜੇ ਨਾਲ ਜਾਣ ਵਾਲੇ ਸਹਾਈ ਨਹੀਂ ਹੋ ਸਕਦੇ। ਹਾਂ, ਨਾਮ ਹੈ ਜਿਹਦੀ ਗਰੰਟੀ ਹੈ, ਉਹ ਸਾਡੇ ਨਾਲ ਬੈਕੁੰਠਾਂ ਤੱਕ ਜਾਏਗਾ। ਬਾਣੀ ਜਪੀ ਜ਼ਰੂਰ ਜਾਏਗੀ, ਕਿਉਂਕਿ ਇਹਨਾਂ ਨੂੰ ਅਧਿਕਾਰ ਹੈ ਕਿ ਨਾਮ ਦੇ ਨਾਲ ਜੁੜਨਾ ਹੈ ਤੇ ਨਾਮ ਜਪਣਾ ਹੈ। ਆਓ ਕੱਲ ਸ਼੍ਰੀ ਜਪਜੀ ਸਾਹਿਬ ਜੀ ਦੀ ਆਰੰਭਤਾ, ਜੋ ਕਿ ਅਸੀਂ ਉਹਨਾਂ ਦੀ ਵਿਚਾਰ ਅਰਥ ਕੱਢਣ ਦਾ ਯਤਨ ਕਰ ਰਹੇ ਹਾਂ। ਅਸੀਂ ਅੰਤ ਨਹੀਂ ਪਾ ਸਕਦੇ, ਪਰ ਕੁਛ ਨਾ ਕੁਛ ਅਸੀਂ ਸਿੱਖਣ ਦੀ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ। 2 ਪੌੜੀਆਂ ਕੱਲ ਗੁਰੂ ਕਿਰਪਾ ਨਾਲ ਹੋ ਗਈਆਂ ਸੀ, ਅੱਜ ਤੀਜੀ ਪੌੜੀ ਦੀ ਵਾਰੀ ਹੈ। ਸਾਰਿਆਂ ਨੇ ਧਿਆਨ ਨਾਲ ਵਿਚਾਰ ਕਰਨੀ ਹੈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਕੋਈ ਪ੍ਰਭੂ ਦੇ ਬਲ ਨੂੰ ਗਾਉਂਦਾ ਪਿਆ ਹੈ, ਆਖੋ ਸਤਨਾਮ ਵਾਹਿਗੁਰੂ। ਕੋਈ ਗਾ ਕੇ ਉਸ ਪ੍ਰਭੂ ਨੂੰ ਯਾਦ ਕਰਦਾ ਹੈ, ਪਰ ਇੰਜ ਕਰਨ ਦਾ ਬਲ ਕਿਸੇ ਵਿਰਲੇ ਨੂੰ ਪ੍ਰਾਪਤੀ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਕੋਈ ਉਸ ਦੀ ਬਖਸ਼ਿਸ਼ ਨੂੰ ਨਿਸ਼ਾਨ ਸਮਝ ਕੇ ਗਾਉਂਦਾ ਹੈ, ਯਾਨੀ ਉਹਨੂੰ ਗਾ ਰਿਹਾ ਹੈ ਪਰ ਨਿਸ਼ਾਨ ਸਮਝ ਕੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਕੋਈ ਉਸ ਦੇ ਸੁੰਦਰ ਗੁਣ ਦੀ ਵਡਿਆਈਆਂ, ਉਹਨਾਂ ਦੇ ਗੁਣਾਂ ਦਾ ਵਖਿਆਨ ਕਰ ਰਿਹਾ ਹੈ, ਕਥਨ ਕਰਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਵਿਦਿਆ ਦੁਆਰਾ ਉਸ ਦੇ ਔਖੇ ਗਿਆਨ ਨੂੰ ਗਾਉਂਦਾ ਹੈ, ਯਾਨੀ ਵਿਦਿਆ ਪੜ੍ਹਾਈ ਨਾਲ ਰੱਬ ਨੂੰ ਗਾ ਰਿਹਾ ਹੈ। ਗਾਵੇ ਕੋ ਸਾਜ ਕਰੇ ਤਨ ਖੇ, ਕੋਈ ਗਾਉਂਦਾ ਹੈ ਕਿ ਸਰੀਰ ਨੂੰ ਰਚ ਕੇ ਫਿਰ ਮਿੱਟੀ ਕਰ ਦਿੰਦਾ ਹੈ। ਪਹਿਲੇ ਸਰੀਰ ਨੂੰ ਬਣਾਉਂਦਾ ਹੈ, ਫਿਰ ਮਿੱਟੀ ਵੀ ਢੇਰੀ ਕਰ ਦਿੰਦਾ ਹੈ, ਖੇ ਬਣਾ ਦਿੰਦਾ ਹੈ। ਗਾਵੇ ਕੋ ਜੀ ਲਹਿ ਫਿਰ ਦੇ, ਕੋਈ ਗਾਉਂਦਾ ਹੈ ਉਹ ਰੂਹ ਨੂੰ ਇੱਕ ਜੂਨ ਤੋਂ ਦੂਜੀ ਵਿੱਚ ਲੈ ਜਾਂਦਾ ਹੈ, ਆਪਣੀ ਦੇਹ ਨੂੰ ਕਦੀ ਇੱਕ ਜੂਨੀ ਤੋਂ ਦੂਜੀ ਜੂਨ ਦੇ ਅੰਦਰ ਭਟਕਦਾ ਹੈ, ਪਰ ਗਾ ਰਿਹਾ ਹੈ ਗੁਰੂ ਜੀ ਨੂੰ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕੋਈ ਇੰਜ ਗਾ ਰਿਹਾ ਹੈ ਕਿ ਰੱਬ ਬਹੁਤ ਪਰੇ ਹੈ, ਉਹਨੂੰ ਬੜਾ ਦੂਰ ਨਜ਼ਰ ਆਉਂਦਾ ਹੈ ਜਾਂ ਦਿਸਦਾ ਹੈ ਉਹਨੂੰ। ਅਤੇ ਕੋਈ ਗਾਉਂਦਾ ਹੈ ਉਹ ਹਾਜ਼ਰ ਨਾਜ਼ਰ ਹੈ, ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਸਨ ਕਿ ਉਹ ਹੱਥ ਤੋਂ ਵੀ ਨੇੜੇ ਹੈ, ਕਈ ਬਿਲਕੁਲ ਨਜ਼ਦੀਕ ਸਮਝ ਕੇ ਉਹਨੂੰ ਗਾ ਰਹੇ ਹਨ। ਕਥਾ ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਉਸਦੇ ਗੁਨਾਹ ਦਾ ਬਿਆਨ
ਆਖਦਿਆਂ ਮੁੱਕਦਾ ਨਹੀਂ ਹੈ ਜੀ। ਉਹਦਾ ਕੋਈ ਅੰਤ ਨਹੀਂ ਹੈ, ਉਹਦੇ ਗਾਨ ਦਾ ਕੋਈ ਅੰਤ ਨਹੀਂ ਹੈ। ਭਾਵੇਂ ਕਰੋੜਾਂ ਲੋਕਾਂ ਨੇ ਆਖ ਕੇ ਫਿਰ ਆਖਿਆ ਹੈ, ਕਰੋੜੋਂ ਲੋਕ ਉਹਨੂੰ ਗਾਉਂਦੇ ਹਨ, ਉਹਨੂੰ ਆਖਦੇ ਹਨ, ਪਰ ਉਹਨਾਂ ਦੇ ਗੁਣਾਂ ਦਾ ਵਖਿਆਨ ਦਾ ਅੰਤ ਨਹੀਂ ਹੈ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਤਾਂ ਦੇ ਹੀ ਜਾਂਦਾ ਹੈ ਪਰਮਾਤਮਾ, ਪਰ ਲੈਣ ਵਾਲੇ ਸਾਡੇ ਵਰਗੇ ਹਾਰ ਗਏ ਹਨ, ਥੱਕ ਗਏ ਹਨ। ਪਰ ਦੇਣ ਵਾਲਾ ਦੇ ਹੀ ਜਾਂਦਾ ਹੈ। ਜੁਗਾ ਜੁਗੰਤਰ ਖਾਈ ਖਾਏ, ਸਮੂਹ ਜੁਗਾ ਅੰਦਰ ਖਾਣ ਵਾਲੇ ਉਸ ਦਾ ਦਿੱਤਾ ਖਾਂਦੇ ਆ ਰਹੇ ਹਨ। ਆਖੋ ਸਤਨਾਮ ਸ਼੍ਰੀ। ਕਈ ਯੁਗਾਂ ਤੋਂ ਪਰਮਾਤਮਾ ਸਾਡੀ ਰਿਜ਼ਕ ਦੇ ਰਿਹਾ ਹੈ ਤੇ ਅਸੀਂ ਖਾਂਦੇ ਆ ਰਹੇ ਹਾਂ। ਹੁਕਮੀ ਹੁਕਮ ਚਲਾਹੇ ਰਾਹੋ, ਨਾਨਕ ਵਿਕਸੈ ਵੇ ਪਰਵਾਹੋ। ਹੁਕਮ ਵਾਲੇ ਦਾ ਹੁਕਮ ਇਹ ਕਰਵਾਈ ਚਲਾ ਰਿਹਾ ਹੈ। ਉਹ ਹੁਕਮ ਜੋ ਹੈ ਉਹ ਵੀ ਸਤਿਗੁਰੂ ਹੀ ਚਲਾ ਰਹੇ ਹਨ। ਹੇ ਨਾਨਕ, ਉਹ ਬੇਪਰਵਾਹ ਹੈ, ਸਦਾ ਆਨੰਦ ਵਿੱਚ ਰਹਿੰਦਾ ਹੈ। ਉਹ ਬੇਪਰਵਾਹ ਹੈ ਜੀ। ਪਰਮਾਤਮਾ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ। ਸੱਚਾ ਹੈ ਮਾਲਕ ਤੇ ਸੱਚਾ ਉਸ ਦਾ ਨਾਮ ਹੈ, ਜਿਸ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ, ਯਾਨੀ ਭਾਵ ਨਾਲ ਉਹਦਾ ਉਚਾਰਨ ਹੋਇਆ ਹੈ ਨਾਂ ਦਾ। ਆਖੇ ਮੰਗੇ ਦੇਹ ਦੇ, ਦਾਤ ਕਰੇ ਦਾਤਾਰ। ਜੀਵ ਪ੍ਰਾਰਥਨਾ ਕਰਦੇ ਹਨ, ਮੰਗਦੇ ਹਨ ਕਿ ਦੇਹ ਜ਼ਰੂਰ ਦੇ, ਅਤੇ ਦਾਤਾਂ ਬਖਸ਼ਿਸ਼ਾਂ ਉਹ ਕਰਦਾ ਵੀ ਹੈ ਦਾਤਾ। ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡਾ ਫਰਜ਼ ਹੈ, ਔਰ ਪਰਮਾਤਮਾ ਸਾਨੂੰ ਬਖਸ਼ਿਸ਼ਾਂ ਦੇ ਰਿਹਾ ਹੈ। ਫੇਰ ਕੇ ਅੱਗੇ ਰੱਖੀਏ ਜਿਤ ਦਿਸਾ ਦਰਬਾਰ, ਤਾਂ ਉਸ ਅੱਗੇ ਕੀ ਰੱਖਿਆ ਜਾਵੇ, ਕੀ ਧਰਿਆ ਜਾਵੇ, ਜਿਸ ਨਾਲ ਉਸ ਦੀ ਦਰਗਾਹ ਦੀ ਦਰਸ਼ਨ ਹੋ ਜਾਣ, ਸਾਨੂੰ ਉਹਨਾਂ ਦੇ ਦਰਸ਼ਨ ਹੋ ਜਾਣ। ਐਸੀ ਕਿਹੜੀ ਵਸਤੂ ਅਸੀਂ ਕੀ ਅਰਪਣ ਕਰੀਏ। ਮੋਹ ਕੇ ਬੋਲਨ ਬੋਲੀਏ, ਜਿਤ ਸੁਨ ਧਰੇ ਪਿਆਰ। ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤੇ ਉਸ ਦੇ ਉੱਚੇ ਗੁਣਾਂ ਦਾ ਧਿਆਨ ਕਰੋ, ਉਹਦੀ ਵਡਿਆਈ ਕਰੋ। ਅੰਮ੍ਰਿਤ ਵੇਲੇ ਨੂੰ ਜਪਜੀ ਸਾਹਿਬ ਅੰਦਰ ਸਲਾਹਿਆ ਗਿਆ ਹੈ। ਕਰਮੀ ਆਵੇ ਕਪੜਾ, ਨਗਰੀ ਮੋਖ ਦੁਆਰ। ਕਰਮਾਂ ਕਰਕੇ ਸਰੀਰ ਦਾ ਜਾਮਾ ਮਿਲਦਾ ਹੈ ਸਾਨੂੰ, ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ, ਪਰ ਮੁਕਤੀ ਦਾ ਦਰ ਰੱਬ ਦੀ ਬਖਸ਼ਿਸ਼ ਨਜ਼ਰ ਨਾਲ ਹੀ ਮਿਲਦਾ ਹੈ। ਉਹਦੀ ਨਿਗਾਹ ਤੋਂ, ਨਜ਼ਰ ਤੋਂ ਸਿਵਾ ਸਾਨੂੰ ਮੁਕਤੀ ਦਾ ਦੁਆਰ ਨਹੀਂ ਪ੍ਰਾਪਤ ਹੋਏਗਾ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇਹ ਨਾਨਕ ਇੰਜ ਸਮਝ ਲਈਏ ਕਿ ਸਤਿਪੁਰਖ ਆਪੇ ਆਪ ਹੀ ਸਭ ਕੁਝ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸ ਤੋਂ ਬਣਿਆ ਹੈ, ਕਿਸ ਤੋਂ ਬਣਾਇਆ ਨਹੀਂ ਜਾਂਦਾ, ਅਤੇ ਨਾ ਹੀ ਕਿਧਰੇ ਟਿਕਿਆ ਜਾ ਸਕਦਾ ਹੈ। ਉਹ ਮਾਇਆ ਤੋਂ
ਬੇਲਾਗ ਆਪਣੇ ਆਪ ਹੀ ਕੋਈ ਬਣਿਆ ਹੈ। ਜੋ ਨਿਰੰਜਨ ਹੈ ਉਹਦੀ ਆਪਣੇ ਆਪ ਹੀ ਸ੍ਰਿਸ਼ਟੀ ਦੇ ਅੰਦਰ ਸਤਿਗੁਰ ਜੀ ਨੇ ਆਪਣੇ ਆਪ ਨੂੰ ਬਣਾਇਆ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਕਿਸੇ ਨੇ ਵੀ ਉਸ ਦੀ ਸੇਵਾ ਕੀਤੀ ਹੈ, ਪੂਜਾ ਕੀਤੀ ਹੈ, ਉਸ ਨੂੰ ਵਡਿਆਈਆਂ ਮਿਲ ਗਈ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਇਹ ਨਾਨਕ ਉਸ ਦੀ ਸਿਫਤਾਂ ਦੇ ਖਜ਼ਾਨੇ ਦੇ ਗੁਣਾਂ ਨੂੰ ਗਾਈਏ। ਗਾਵੀਐ ਸੁਣੀਏ ਮਨ ਰੱਖੀਏ ਭਾਓ। ਦਿਲ ਵਿੱਚ ਉਸ ਲਈ ਪਿਆਰ ਰੱਖ ਕੇ ਤੇ ਉਸ ਦੇ ਗੁਣਾਂ ਨੂੰ ਗਾਇਆ ਕਰੀਏ ਤੇ ਸੁਣੀਏ ਜੀ। ਉਹਨਾਂ ਦੇ ਗੁਣ ਗਾਈਏ ਤੇ ਸੁਣੀਏ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਜੋ ਇੰਜ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਸੁਣਦਾ ਹੈ, ਉਹ ਆਪਣਾ ਦੁੱਖ ਦੂਰ ਕਰ ਲੈਂਦਾ ਹੈ ਤੇ ਸੁਖ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਲੈਂਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਗੁਰੂ ਦੁਆਰਾ ਨਾਮ ਦੇ ਗੁਰੂ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੁਆਰਾ ਯਕੀਨ ਆਉਂਦਾ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਗੁਰੂ ਹੀ ਸ਼ਿਵ ਜੀ ਹੈ, ਗੁਰੂ ਹੀ ਵਿਸ਼ਨੂੰ ਹੈ, ਗੁਰੂ ਹੀ ਬਰਮਾ ਹੈ ਤੇ ਗੁਰੂ ਹੀ ਪਾਰਵਤੀ ਤੇ ਗੁਰੂ ਹੀ ਲక్ష్ਮੀ ਮਾਂ ਹੈ। ਇਹ ਸਭ ਗੁਰੂ ਹੀ ਹੈ। ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ। ਜੋ ਮੈਂ ਰੱਬ ਨੂੰ ਜਾਣ ਲਵਾਂ ਤਾਂ ਦੱਸ ਨਹੀਂ ਸਕਦਾ ਕਿ ਉਹਨਾਂ ਦੇ ਬਾਰੇ ਕੀ ਦੱਸਾਂ, ਕਿਉਂਕਿ ਉਸ ਦਾ ਕਥਨ ਨਹੀਂ ਕੀਤਾ ਜਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਾਂ ਇੱਕ ਦੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ ਕਿ ਅਸੀਂ ਸਾਰੇ ਜੀਵਾਂ ਦਾ ਕੇਵਲ ਇੱਕ ਹੀ ਦਾਤਾਰ ਹੈ। ਉਹ ਮੈਨੂੰ ਕਦੇ ਵੀ ਨਾ ਭੁੱਲੇ। ਬਸ ਇਹੀ ਅਰਦਾਸ ਹੈ ਕਿ ਅਸੀਂ ਉਸ ਦਾਤਾਰ ਨੂੰ ਭੁੱਲੀਏ ਨਾ, ਜਿਨ੍ਹਾਂ ਨੇ ਸਾਨੂੰ ਦੇਣਾ ਹੈ। ਉਸ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਕਦੇ ਨਾ ਭੁੱਲੀਏ ਜੀ। ਆਓ ਅੱਜ 5 ਪੌੜੀ ਤੱਕ ਪਾਠ ਹੋ ਗਿਆ ਹੈ। ਮਹਾਰਾਜ ਦੀ ਕਿਰਪਾ ਹੋਈ ਹੈ। ਜਪਜੀ ਸਾਹਿਬ ਜੀ ਦੇ ਪਾਠ ਦਾ ਮਹੱਤਮ ਬਹੁਤ ਜ਼ਿਆਦਾ ਹੈ। ਜੋ ਵੀ ਇਸ ਪਾਠ ਦਾ ਰੋਜ਼ਾਨਾ ਕਰਦਾ ਹੈ, ਸਤਿਗੁਰ ਜੀ ਉਹਦੇ ਉੱਪਰ ਬਖਸ਼ਿਸ਼ਾਂ ਦਾ ਖਾਤਾ ਖੋਲ੍ਹਦੇ ਹਨ। ਇੱਕ ਵਾਰੀ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਵਾਲੇ ਜਥੇ ਦੇ ਜਿਹੜੇ ਸਭ ਤੋਂ ਵੱਡੇ ਸਨ ਮੁਖੀ, ਉਹ ਬਚਪਨ ਦੀ ਉਮਰ ਸੀ ਉਹਨਾਂ ਦੀ। ਉਹਨਾਂ ਦੇ ਪਿਤਾ ਜੀ ਬਿਮਾਰ ਹੋ ਗਏ। ਉਹਨਾਂ ਦੇ ਪੇਟ ਵਿੱਚ ਪਾਣੀ ਭਰ ਜਾਂਦਾ ਸੀ ਔਰ ਪਾਣੀ ਨਿਕਲਦਾ ਨਹੀਂ ਸੀ। ਡਾਕਟਰਾਂ ਕੋਲ ਜਾ ਕੇ ਇਲਾਜ ਹਸਪੀਟਲ ਵਿੱਚ ਹੁੰਦਾ ਸੀ ਤੇ ਪਾਣੀ ਕੱਢਿਆ ਜਾਂਦਾ ਸੀ। ਹੁਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਇੱਕ ਵਾਰੀ ਪਿਤਾ ਜੀ ਨਾਲ ਹਸਪੀਟਲ ਵਿੱਚ ਦਾਖਲ, ਪਿਤਾ ਤੇ ਕੋਲ ਖੜੇ ਹਨ ਬਾਹਰ ਟੇਬਲ ਤੇ, ਡਾਕਟਰ ਅੰਦਰ ਇਲਾਜ ਕਰ ਰਹੇ ਹਨ। ਥੋੜ੍ਹੀ ਦੇਰ ਬਾਅਦ ਡਾਕਟਰ ਆਏ ਹਨ ਔਰ ਭਾਈ ਸਾਹਿਬ ਰਣਧੀਰ ਸਿੰਘ ਜੀ ਨੂੰ ਕਹਿੰਦੇ ਕਿ ਤੁਹਾਡੇ ਪਿਤਾ ਜੀ ਦਾ ਅੰਤਲਾ ਵੇਲਾ ਆ ਗਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੁਸੀਂ ਸਾਡੇ ਵੱਲੋਂ ਤੇ ਜਵਾਬ ਹੈ, ਤੁਸੀਂ ਹੁਣ ਜਿੱਥੇ ਮਰਜ਼ੀ ਇਹਨਾਂ ਨੂੰ ਲੈ ਜਾਓ, ਭਾਵੇਂ ਘਰ ਲੈ ਜਾਓ,
ਇਹਨਾਂ ਦਾ ਪਾਣੀ ਬਾਰ-ਬਾਰ ਕੱਢੀ ਦਾ ਪੇਟ ਦਾ, ਫਿਰ ਭਰ ਜਾਂਦਾ ਹੈ। ਕੋਈ ਕਹਿ ਨਹੀਂ ਸਕਦੇ ਕੁਝ ਬਾਰੇ। ਰਣਧੀਰ ਸਿੰਘ ਜੀ ਉਦਾਸ ਹੋ ਗਏ। ਉੱਥੇ ਸੰਤ ਹੀਰਾ ਸਿੰਘ ਜੀ ਆ ਗਏ, ਕਿਉਂਕਿ ਉਹਨਾਂ ਦਾ ਮੇਲ ਜੋਲ ਪਰਿਵਾਰ ਦਾ ਸੰਤਾਂ ਮਹਾਂਪੁਰਸ਼ਾਂ ਨਾਲ ਸੀ। ਹੀਰਾ ਸਿੰਘ ਜੀ ਨੇ ਦੇਖਿਆ ਬੱਚਾ ਬੜਾ ਉਦਾਸ ਹੈ। ਬੱਚੇ ਦੇ ਕੋਲ ਆ ਕੇ ਗੱਲ ਕੀਤੀ, ਭਾਈ ਬੇਟਾ ਕਿਉਂ ਉਦਾਸ ਹੋ? ਕਹਿੰਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਪਿਤਾ ਜੀ ਬਾਰੇ, ਮੈਂ ਕੀ ਕਰ ਸਕਦਾ? ਕਹਿੰਦੇ ਤੂੰ ਉਦਾਸ ਨਾ ਹੋ, ਦੁਨਿਆਵੀ ਡਾਕਟਰ ਨੇ ਹਜੇ ਜਵਾਬ ਦਿੱਤਾ ਹੈ ਨਾ, ਹਜੇ ਵੱਡਾ ਡਾਕਟਰ ਉਹਨੇ ਜਵਾਬ ਤੇ ਨਹੀਂ ਦਿੱਤਾ। ਉਹ ਕਹਿੰਦੇ ਵੱਡਾ ਡਾਕਟਰ ਕੌਣ ਹੈ? ਰਣਧੀਰ ਸਿੰਘ ਜੀ ਕਹਿੰਦੇ ਉਹਨਾਂ ਨੇ ਸਮਝਿਆ ਸ਼ਾਇਦ ਹੋਰ ਵੱਡਾ ਡਾਕਟਰ ਹੈ। ਕਹਿੰਦੇ ਨਾ ਨਾ, ਗੁਰੂ ਨਾਨਕ ਤੋਂ ਵੱਡਾ ਡਾਕਟਰ ਕੌਣ ਹੋਏਗਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਤੇਰੇ ਪਿਤਾ ਜੀ ਠੀਕ ਹੋ ਸਕਦੇ ਹਨ, ਉਮੀਦ ਨਾ ਛੱਡ। ਕਹਿੰਦੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰ, 5 ਪਾਠ ਕਰ ਹਸਪੀਟਲ ਵਿੱਚ ਬਾਹਰ ਬੈਠੇ, ਔਰ 5 ਪਾਠਾਂ ਬਾਅਦ ਬੋਲੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਉਸ ਬੱਚੇ ਰਣਧੀਰ ਸਿੰਘ ਨੇ, ਅਖੰਡ ਕੀਰਤਨੀ ਦੇ ਜਥੇਦਾਰ ਜੀ ਨੇ, ਉਹ ਪਾਠ ਕਰਕੇ ਇੱਦਾਂ ਹੀ ਕੀਤਾ। ਤੁਸੀਂ ਮੰਨੋਗੇ ਨਹੀਂ, ਉਸ ਹਸਪੀਟਲ ਦੇ ਅੰਦਰ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਪੇਟ ਦਾ ਪਾਣੀ ਸੀ ਨਾ, ਉਹ ਆਪਣੇ ਆਪ ਹੀ ਸਾਰਾ ਬਹਿ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਔਰ ਬਿਲਕੁਲ ਨੋਰਮਲ ਪੇਟ ਹੋ ਗਿਆ। ਔਰ ਡਾਕਟਰ ਨੇ ਨਬਜ਼ ਚੈੱਕ ਕੀਤੀ, ਟੈਸਟ ਕੀਤੇ, ਔਰ ਕਹਿੰਦੇ ਤੇਰੇ ਪਿਤਾ ਜੀ ਇੱਕ ਨੋਰਮਲ ਬੰਦੇ ਅਕਨ ਇਸ ਟਾਈਮ ਸਭ ਕੁਝ ਵਰਕਿੰਗ ਕਰ ਰਹੇ ਹਨ, ਉਹਨਾਂ ਨੂੰ ਕੋਈ ਰੋਗ ਰਿਹਾ ਹੀ ਨਹੀਂ, ਹੁਣ ਉਹ ਬਿਲਕੁਲ ਠੀਕ ਹਨ। ਸਾਨੂੰ ਦੱਸ ਇਹ ਕੀ ਕੀਤਾ ਹੀ? ਰਣਧੀਰ ਸਿੰਘ ਜੀ ਨੂੰ ਕਹਿਣ ਲੱਗੇ ਡਾਕਟਰ, ਕਹਿੰਦੇ ਸਾਡੇ ਵੀ ਬੇਬਸ ਹੋ ਗਏ ਸੀ, ਪਰ ਇਹ ਕਿੱਦਾਂ ਹੋ ਗਿਆ? ਰਣਧੀਰ ਸਿੰਘ ਜੀ ਕਹਿੰਦੇ ਸ਼ੁਕਰ ਹੈ ਉਸ ਵੱਡੇ ਬਾਪੂ ਦਾ। ਇਸ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸਮਰਥਾ ਹੈ, ਅੱਜ ਇਹਦੀ ਤਾਕਤ ਵੀ ਦੇਖ ਰਹੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਡਾਕਟਰ ਸਾਹਿਬ ਮੈਂ ਕੁਝ ਨਹੀਂ ਦੱਸ ਸਕਦਾ, ਉਹਦੀ ਗੱਲਾਂ ਉਹੀ ਜਾਣਨ ਜਿਨ੍ਹਾਂ ਨੇ ਇਹ ਕੌਤੁਕ ਕੀਤਾ ਹੈ। ਆਓ ਅਸੀਂ ਵੀ ਇਸ ਜਪਜੀ ਸਾਹਿਬ ਦੀ ਬਾਣੀ ਦੇ ਜਿਹੜੇ ਅਰਥ ਕੱਢ ਰਹੇ ਹਾਂ, ਰੱਬ ਕਰੇ ਸਾਡੇ ਹਿਰਦੇ ਵਿੱਚ ਵਸ ਜਾਏ। ਆਓ ਸਾਰੇ 1 ਮਿੰਟ ਸਿਮਰਨ ਕਰਕੇ ਸਮਾਪਤੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਬੋਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਹੈ ਕਿ ਇਨਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਨਾ